हाँ जी, KPS सिविल सेवावां दे विच असीं तुहाडा स्वागत करते हैं। अज है 3 मई 2022। रोजाना की तरह खबरों का सिलसिला शुरू करते हैं। सो अज की जिहड़ी साडी पहली खबर आई है वो है शहरी हवाबाजी डायरैक्टोरेट जनरल नाल संबंधित। हुण देखो खबर की आई है, कहंदे एतवार नूं मिड एयर गड़बड़ी तो बाद DGCA दे 91 जहाज़ां दे पूरे स्पाइस जेट बेड़े का मुआयना जिहड़ा इह करेगा, जिस दे नाल मुंबई दुर्गापुर बोइंग जिहड़ा हैगा 300 737 800 फ्लाइटां दे कई यात्री है जिहड़े वो जख्मी हो गए। सो इस दा मुआयना है जिहड़ा वो कीता जावेगा। देखो जे असीं इस नाल संबंधित गल करदे हां तां इह भारत दे विच शहरी हवाबाजी नूं कंट्रोल करन दे लई भारत सरकार दी एक कानूनी संस्था है। ਹੁਣ ਜਿਹੜਾ ਇਹ 에ਅਰਕ੍ਰਾਫਟ ਸੋਧ ਬਿੱਲ ਹੈ ਇਹ 20 ਦੇ ਤਹਿਤ ਇੱਕ ਸੰਵਿਧਾਨਿਕ ਸੰਸਥਾ ਹੈ ਜਿਹੜੀ ਉਹ ਬਣ ਗਈ ਹੈ। DGCA ਦੇ ਹਵਾਬਾਜ਼ੀ ਹਾਦਸਿਆਂ ਦੀ ਪੂਰੀ ਘਟਨਾ ਨਾਲ ਸੰਬੰਧਿਤ ਪੂਰਾ ਜਾਇਜ਼ਾ ਲੈਣਾ, ਜਾਂਚ ਕਰਦਾ, ਜਿਸ ਨਾਲ ਸੰਬੰਧਿਤ ਅਗਰ ਕੋਈ ਵੀ ਨਿਯਮਾਂ ਮਤਲਬ ਕਿੰਨੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਇਸ ਹਵਾਬਾਜ਼ੀ ਨਾਲ ਸੰਬੰਧਿਤ ਜਿਹੜੇ ਵੀ ਨਿਯਮ ਹੈਗੇ ਉਹਨਾਂ ਨੂੰ ਕਾਇਮ ਕਰਦਾ ਸਮਾਜ ਦੇ ਵਿੱਚ। ਤੇ ਭਾਰਤ ਦੇ ਵਿੱਚ PPL SPL ਤੇ CPL ਵਰਗੇ ਹਵਾਬਾਜ਼ੀ ਨਾਲ ਸੰਬੰਧਿਤ ਲਾਇਸੈਂਸ ਹੈ ਜਿਹੜੇ ਉਹਨਾਂ ਨੂੰ ਜਾਰੀ ਕਰਨ ਦੇ ਲਈ ਜ਼ਿੰਮੇਵਾਰ ਹੈ। ਹੁਣ ਦੇਖੋ ਭਾਰਤ ਸਰਕਾਰ ਇਸ ਸੰਗਠਨ ਦੀ ਥਾਂ ਤੇ ਸ਼ਹਿਰੀ ਹਵਾਬਾਜ਼ੀ ਅਥਾਰਟੀ ਯਾਨੀ ਕਿ CAA ਬਣਾਉਣ ਦੀ ਯੋਜਨਾ ਜਿਹੜੀ ਉਹ ਬਣਾ ਰਹੀ ਹੈ, ਵਿਕਲਪ ਬਣਾ ਰਹੀ ਹੈ, ਜੋ ਅਮਰੀਕਨ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਦੀ ਤਰਜ਼ ਤੇ ਜਿਹੜੇ ਇਸ ਦੇ ਤਰਜ਼ ਤੇ ਤਿਆਰ ਕੀਤੀ ਗਈ ਹੈ। ਹੁਣ ਇਸ ਨਾਲ ਸੰਬੰਧਿਤ ਜਿਹੜੀ ਇਹ ਵਿਵਸਥਾ ਹੈਗੀ, ਜਿਹੜਾ ਇਹ ਕਾਨੂੰਨ ਹੈ ਉਹ ਕੀ ਜਿਹੜੇ ਕਾਰਜ ਉਹ ਕਰਦਾ, ਉਸਦੇ ਕੀ ਜਿਹੜੇ ਫੰਕਸ਼ਨ ਹੁੰਦੇ ਆ। ਦੇਖੋ ਪਹਿਲਾ ਹੈਗਾ ਸਿਵਲ ਹਵਾਈ ਜਹਾਜ਼ਾਂ ਦੀ ਰਜਿਸਟ੍ਰੇਸ਼ਨ ਕਰਨਾ, ਹਵਾਈ ਅੱਡਿਆਂ ਦੀ ਸਰਟੀਫਿਕੇਸ਼ਨ, ਪਾਇਲਟਾਂ ਹਵਾਈ ਜਹਾਜ਼ਾਂ ਦੀ ਸਾਂਭ ਸੰਭਾਲ ਕਰਨ ਵਾਲੇ ਇੰਜੀਨੀਅਰਿੰਗਾਂ, 에ਅਰ ਟ੍ਰੈਫਿਕ ਕੰਟਰੋਲਰਾਂ ਤੇ ਫਲਾਈਟ ਇੰਜੀਨੀਅਰਿੰਗਾਂ ਨੂੰ ਲਾਇਸੈਂਸ ਦੇਣਾ ਤੇ ਇਸ ਮਕਸਦ ਵਾਸਤੇ ਉਹਨਾਂ ਦੀ ਉਸ ਨਾਲ ਖੋਜ ਕਰਨਾ, ਜਾਂਚਾਂ ਕਰਨੀਆਂ ਤੇ ਜਾਂਚਾਂ ਦਾ ਸੰਚਾਲਨ ਕਰਨਾ। ਹੁਣ ICAO ਅੰਤਕਾਵਾਂ ਦੇ ਵਿੱਚ ਸੋਧਾਂ ਦੀ ਪਾਲਣਾ ਕਰਨ ਦੇ ਲਈ 에ਅਰਕ੍ਰਾਫਟ ਐਕਟ, 에ਅਰਕ੍ਰਾਫਟ ਰੂਲਸ ਅਤੇ ਸ਼ਹਿਰੀ ਹਵਾਬਾਜ਼ੀ ਜ਼ਰੂਰਤਾਂ ਦੇ ਵਿੱਚ ਸੋਧਾਂ ਨੂੰ ਪੂਰਾ ਕਰਨਾ ਤੇ ਕਿਸੇ ਹੋਰ ਐਕਟ ਦੇ ਵਿੱਚ ਸੋਧ ਲਈ ਜਿਹੜੇ ਪ੍ਰਸਤਾਵਾਂ ਦੀ ਸ਼ੁਰੂਆਤ ਕਰਨਾ ਜਾਂ ਅਸੀਂ ਕਹਿ ਸਕਦੇ ਹਾਂ ਇੱਕ ਅੰਤਰਰਾਸ਼ਟਰੀ ਕਨਵੈਨਸ਼ਨ ਨੂੰ ਪ੍ਰਭਾਵੀ ਬਣਾਉਣ ਦੇ ਲਈ ਜਾਂ ਇੱਕ ਮੌਜੂਦਾ ਕਨਵੈਨਸ਼ਨ ਦੇ ਵਿੱਚ ਸੋਧ ਕਰਨ ਦੇ ਲਈ ਇੱਕ ਨਵਾਂ ਐਕਟ ਪਾਸ ਕਰਨਾ, ਹੁਣ ਲਾਗੂ ਕਰ ਸਕਦੇ ਆ ਇਸ ਚੀਜ਼ ਨੂੰ। ਦੇਖੋ ਭਾਰਤ ਦੇ ਵਿੱਚ ਰਜਿਸਟਰਡ ਸਿਵਲ ਹਵਾਈ ਜਹਾਜ਼ਾਂ ਦੇ ਲਈ ਉਡਾਨ ਯੋਗਤਾ ਦੇ ਮਾਪਦੰਡਾਂ ਨੂੰ ਤਿਆਰ ਕਰਨਾ ਤੇ ਅਜਿਹੇ ਹਵਾਈ ਜਹਾਜ਼ਾਂ ਨੂੰ ਉਡਾਨ ਯੋਗਤਾ ਦੇ ਸਰਟੀਫਿਕੇਟ ਵੀ ਨਾਲ ਦੀ ਨਾਲ ਪ੍ਰਦਾਨ ਕਰਨਾ। ਸੋ ਇਹ ਵੀ ਕਾਰਜ ਹੈ ਜਿਹੜਾ ਇਹ ਕਰੇਗਾ। 2250 ਕਿਲੋਗ੍ਰਾਮ ਦੇ AUW ਤੱਕ ਦੇ ਹਵਾਈ ਜਹਾਜ਼ਾਂ ਦੇ ਨਾਲ ਜੁੜੀਆਂ ਘਟਨਾਵਾਂ ਤੇ ਗੰਭੀਰ ਘਟਨਾਵਾਂ ਦੀ ਜਾਂਚ ਕਰਨਾ ਤੇ ਸੁਰੱਖਿਆ ਹਵਾਬਾਜ਼ੀ ਪ੍ਰਬੰਧਨ ਪ੍ਰੋਗਰਾਮਾਂ ਨੂੰ ਲਾਗੂ ਕਰਨ ਸਮੇਤ ਦੁਰਘਟਨਾਵਾਂ ਦੀ ਰੋਕਥਾਮ ਉਹਨਾਂ ਦੇ ਉਪਾਅ ਕਰਨਾ। ਦੇਖੋ ਫਲਾਈਟ ਕਰੂ ਹੋ ਗਏ, ਹੋਰ ਆਪਰੇਸ਼ਨਲ ਕਰਮਚਾਰੀਆਂ ਜਿਵੇਂ ਕਿ ਫਲਾਈਟ ਡਿਸਪੈਚਰਾਂ ਹੋ ਗਏ ਜਾਂ ਕੈਬਿਨ ਕਰੂ ਦੀ ਕੁਸ਼ਲਤਾ ਦੀ ਜਾਂਚ ਕਰਨੀ, ਇਸ ਨਾਲ ਸੰਬੰਧਿਤ ਪੜਤਾਲ ਕਰਨਾ, ਸਾਰੀਆਂ ਏਜੰਸੀਆਂ ਦੇ ਨਾਲ ICAO ਮਾਮਲਿਆਂ ਦਾ ਤਾਲਮੇਲ, ਰਾਜ ਦੇ ਪੱਤਰਾਂ ਦਾ ਜਵਾਬ ਭੇਜਣਾ ਤੇ ICAO ਦੇ ਯੂਨੀਵਰਸਲ ਸੇਫਟੀ ਓਵਰਸਾਈਟ ਐਡਿਟ ਪ੍ਰੋਗਰਾਮਾਂ ਤੋਂ ਪੈਦਾ ਹੋਣ ਵਾਲੀ ਸਾਰੀ ਵੀ ਜਿੰਨੀ ਵੀ ਜ਼ਰੂਰੀ ਹੈ ਕਾਰਵਾਈ ਕਰਨਾ। ਹੁਣ ਦੇਖੋ ਭਾਰਤੀ ਕੈਰੀਅਰਾਂ ਨੂੰ 에ਅਰ ਆਪਰੇਟਰ ਦੇ ਸਰਟੀਫਿਕੇਟ ਪ੍ਰਦਾਨ ਕਰਨਾ ਤੇ ਅਜਿਹੀਆਂ ਆਪਰੇਟਰਾਂ ਦੀਆਂ ਅਨੁਸੂਚਿਤ ਜਾਂ ਗੈਰ ਅਨੁਸੂਚਿਤ ਉਡਾਨਾਂ ਦੇ ਲਈ ਕਲੀਅਰੈਂਸ ਸਮੇਤ ਭਾਰਤੀ ਅਤੇ ਵਿਦੇਸ਼ੀ ਆਪਰੇਟਰਾਂ ਦੁਆਰਾ ਭਾਰਤ ਦੇ ਅੰਦਰ ਜਾਂ ਉੱਪਰਲੇ ਸੰਚਾਲਨ ਵਾਲੀਆਂ ਜਿੰਨੀਆਂ ਵੀ ਮਤਲਬ ਇਹ ਟਰਾਂਸਪੋਰਟ ਸੇਵਾਵਾਂ ਉਹਨਾਂ ਨੂੰ ਨਿਯਮਿਤ ਕਰਨਾ। ਉੱਚ ਗੁਣਵੱਤਾ ਤੇ ਆਧਾਰਿਤ ਤੇ ਸਿਖਲਾਈ ਸੁਨਿਸ਼ਚਿਤ ਕਰਨ ਦੇ ਉਦੇਸ਼ ਦੇ ਨਾਲ ਸਿਮੂਲੇਟਰ ਸਿਖਲਾਈ, AME ਸਿਖਲਾਈ ਤੇ 에ਅਰ ਟ੍ਰੈਫਿਕ ਸੇਵਾਵਾਂ ਸਿਖਲਾਈ ਅਤੇ ਜਾਂ ਹਵਾਬਾਜ਼ੀ ਨਾਲ ਸੰਬੰਧਿਤ ਹੋਰ ਵੀ ਕਿਸੇ ਸਿਖਲਾਈ ਸਮੇਤ ਫਲਾਈਟ ਟ੍ਰੇਨਿੰਗ ਦੇ ਵਿੱਚ ਲੱਗੇ ਸੰਸਥਾਨਾਂ ਦੀ ਪ੍ਰਵਾਨਗੀ ਦੇਣਾ। ਹੁਣ ਦੇਖੋ ਹਵਾਈ ਜਹਾਜ਼ਾਂ ਦੀ ਸਾਂਭ ਸੰਭਾਲ, ਮੁਰੰਮਤ, ਇਸ ਦੇ ਡਿਜ਼ਾਈਨ ਤੇ ਨਿਰਮਾਣ ਸੰਸਥਾਵਾਂ ਤੇ ਉਹਨਾਂ ਦੀ ਨਿਰੰਤਰ ਨਿਗਰਾਨੀ ਨਾਲ ਸੰਬੰਧਿਤ ਕਾਰਵਾਈ ਹੋਏਗੀ ਜਿਹੜੀ ਉਸ ਚੀਜ਼ ਨੂੰ ਮਨਜ਼ੂਰੀ ਦੇਣਾ। ਭਾਰਤ ਦੇ ਵਿੱਚ ਅੰਤਕਾ 9 ਦੇ ਪ੍ਰਾਵਧਾਨਾਂ ਨੂੰ ਲਾਗੂ ਕਰਨ ਤੇ ਭਾਰਤੀ ਹਵਾਈ ਅੱਡਿਆਂ ਤੇ ਸੁਵਿਧਾਵਾਂ ਨਾਲ ਮਾਮਲਿਆਂ ਦੇ ਵਿੱਚ ਤਾਲਮੇਲ ਕਰਨ ਦੇ ਲਈ ਇੱਕ ਨੋਡਲ ਏਜੰਸੀ ਜਿਸ ਦੇ ਵਿੱਚ ਰਾਸ਼ਟਰੀ ਸੁਵਿਧਾ ਸਮੇਤ DGCA
ਜਿਹੜੇ ਆਰਗੇਨਾਈਜੇਸ਼ਨ ਹੈ ਉਸਦੇ ਮੈਨੂਅਲਾਂ ਦੀ ਮੀਟਿੰਗ ਯਾਨੀ ਕਿ ਮੀਟਿੰਗਸ ਨੂੰ ਵੀ ਇਸ ਦੇ ਵਿੱਚ ਐਡ ਕਰਨਾ ਸ਼ਾਮਿਲ ਕਰਨਾ ਹੈ। ਦੁਬੱਲੀ ਹਵਾਈ ਸੇਵਾਵਾਂ ਸਮਝੌਤਿਆਂ ਸਮੇਤ ਹਵਾਈ ਟਰਾਂਸਪੋਰਟ ਸਿਸਟਮ ਦੇ ਨਾਲ ਸੰਬੰਧਿਤ ਜਿਹੜੇ ਆ ਮਾਮਲੇ ਹੈ ਜਾਂ ICAO ਮਾਮਲਿਆਂ ਤੇ ਆਮ ਤੌਰ ਤੇ ਸ਼ਹਿਰੀ ਹਵਾਜਾਈ ਨਾਲ ਸੰਬੰਧਿਤ ਹਵਾਬਾਜ਼ੀ ਨਾਲ ਸੰਬੰਧਿਤ ਸਾਰੇ ਟੈਕਨੀਕਲ ਜਿਹੜੇ ਮਾਮਲੇ ਹੈ ਤੇ ਦੇਸ਼ ਦੇ ਵਿੱਚ ਸ਼ਹਿਰੀ ਹਵਾਬਾਜ਼ੀ ਦੇ ਲਈ ਇੱਕ ਸਮੁੱਚਾ ਰੈਗੂਲੇਟਰੀ ਜਾਂ ਵਿਕਾਸ ਸੰਸਥਾ ਵਜੋਂ ਕੰਮ ਕਰਨ ਦੇ ਲਈ ਵੀ ਸਰਕਾਰ ਨੂੰ ਉਤਸ਼ਾਹ ਦੇਣਾ, ਸਲਾਹ ਮਸ਼ਵਰਾ ਕਰਨਾ। ਹੁਣ ICAO ਅੰਤਕਾ 16 ਦੇ ਅਨੁਸਾਰ ਕੀ ਕਹਿੰਦੇ ਆ, ਕਹਿੰਦੇ ਹਵਾਈ ਜਹਾਜ਼ਾਂ ਦੇ ਸ਼ੋਰ ਅਤੇ ਇੰਜਣ ਦੇ ਨਿਕਾਸ ਤੇ ਨਜ਼ਰ ਰੱਖਣਾ ਤੇ ਲੋੜ ਪੈਣ ਤੇ ਇਸ ਮਾਮਲੇ ਦੇ ਵਿੱਚ ਵਾਤਾਵਰਣ ਅਥਾਰਟੀਆਂ ਦਾ ਵੀ ਸਹਿਯੋਗ ਲੈਣਾ। ਨਾਲ ਏਅਰ ਨੈਵੀਗੇਸ਼ਨ ਸੇਵਾਵਾਂ ਦੇ ਨਾਲ ਸੰਬੰਧਿਤ ਮਾਮਲਿਆਂ ਦੀਆਂ ਰੈਗੂਲੇਸ਼ਨ ਪੱਧਰ ਤੇ ਮਤਲਬ ਉਹਨਾਂ ਦੀ ਕਾਰਵਾਈ ਕਰਨੀ, ਉਸ ਚੀਜ਼ ਦੀ ਨਿਗਰਾਨੀ ਕਰਨਾ। ਸਿਵਲ ਅਤੇ ਮਿਲਟਰੀ ਏਅਰ ਟ੍ਰੈਫਿਕ ਏਜੰਸੀਆਂ ਵੱਲੋਂ ਏਅਰ ਸਪੇਸ ਦੀ ਜਿਹੜੀ ਹੈ ਵੱਡੇ ਪੱਧਰ ਤੇ ਇਸ ਦੀ ਵਰਤੋਂ ਅੰਤਰਰਾਸ਼ਟਰੀ ਪੱਧਰ ਤੇ ਤਾਲਮੇਲ ਅਤੇ ਭਾਰਤੀ ਹਵਾਈ ਖੇਤਰ ਦੇ ਰਾਹੀਂ ਸਿਵਲ ਦੇ ਲਈ ਵਰਤੋਂ ਵਧੇਰੇ ਜਿਹੜੇ ਹਵਾਈ ਰੂਟਾਂ ਦੀ ਵਿਵਸਥਾ ਕਰਨ ਦੇ ਨਾਲ ਜਾਂ ਇਸ ਨੂੰ ਉਤਸ਼ਾਹਿਤ ਕਰਨਾ, ਗੱਲਬਾਤ ਕਰਨਾ। ਇੱਕ ਉਤਪ੍ਰੇਰਕ ਏਜੰਟ ਵਜੋਂ ਕੰਮ ਕਰਨ ਦੁਆਰਾ ਹਵਾਈ ਜਹਾਜ਼ ਕਹਿ ਲਈਏ ਉਸਦੇ ਪੁਰਜਿਆਂ ਦੇ ਸਵਦੇਸ਼ੀ ਡਿਜ਼ਾਈਨ ਨੂੰ ਤਿਆਰ ਕਰਨਾ, ਨਿਰਮਾਣ ਨੂੰ ਫਿਰ ਤੋਂ ਹੁਲਾਰਾ ਦੇਣਾ। ਖਤਰਨਾਕ ਵਸਤਾਂ ਦੀ ਢੋਆ ਢੁਆਈ ਦੇ ਲਈ ਆਪਰੇਟਰਾਂ ਦੇ ਸਿਖਲਾਈ ਪ੍ਰੋਗਰਾਮਾਂ ਨੂੰ ਪ੍ਰਵਾਨਗੀ ਦੇਣਾ ਤੇ ਖਤਰਨਾਕ ਵਸਤਾਂ ਦੀ ਢੁਆਈ ਦੇ ਲਈ ਅਖਤਿਆਰਨਾਮਾ ਜਾਰੀ ਕਰਨਾ। ਏਅਰਕ੍ਰਾਫਟ ਰੂਲਸ ਐਂਡ ਜਿਹੜੀ 1937 ਦੇ ਅਧੀਨ ਪ੍ਰਮਾਣਿਤ ਹੈ ਲਾਇਸੈਂਸ ਸ਼ੁਦਾ ਸਾਰੀਆਂ ਸੰਸਥਾਵਾਂ ਦੀ ਇਸ ਚੀਜ਼ ਦੇ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਸਾਰੀਆਂ ਸੰਸਥਾਵਾਂ ਦੀ ਨਿਗਰਾਨੀ ਕਰਨਾ। ਸੋ ਇਹ ਸੀਗਾ ਸਾਡਾ ਇਸ ਐਕਟ ਦੇ ਨਾਲ ਸੰਬੰਧਿਤ ਯਾਨੀ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ ਦੇ ਨਾਲ ਸੰਬੰਧਿਤ ਜਿਹੜੀ ਖਬਰ ਆਈ ਹੈ, ਜਿਸ ਦੇ ਨਾਲ ਕੀ ਹੈ ਕਿ ਫਲਾਈਟ ਜਿਹੜੀ ਹੈ ਮੁੰਬਈ ਦੁਰਗਾਪੁਰ ਬੋਇੰਗ ਫਲਾਈਟ ਹੈ ਜਿਹੜੀ 737-800 ਫਲਾਈਟ ਜਿਹੜੇ ਕਈ ਯਾਤਰੀ ਉਹ ਜ਼ਖਮੀ ਹੋ ਗਏ। ਸੋ ਇਸ ਚੀਜ਼ ਦੇ ਨਾਲ ਕੀ ਹੈ, ਇਸ ਚੀਜ਼ ਦਾ ਜਿਹੜਾ ਸਰਵੇਖਣ ਹੈ ਉਹ ਕੀਤਾ ਜਾਵੇਗਾ, ਜਾਂਚ ਪੜਤਾਲ ਹੈ ਜਿਹੜੀ ਉਹ ਕੀਤੀ ਜਾਵੇਗੀ। ਆਓ ਅਸੀਂ ਵਧਦੇ ਹਾਂ ਸਾਡੀ ਅੱਜ ਦੀ ਦੂਜੀ ਖਬਰ ਦੇ ਵੱਲ। ਦੂਜੀ ਖਬਰ ਕੀ ਚੀਜ਼ ਆਈ ਹੈ, ਸੋ ਜਿਹੜੀ ਸਾਡੀ ਦੂਜੀ ਖਬਰ ਆਈ ਹੈ ਉਹ ਹੈ ਲੋਕ ਪ੍ਰਤੀਨਿਧਤਾ ਐਕਟ ਦੇ ਨਾਲ ਸੰਬੰਧਿਤ 1991 ਦੇ ਜਿਹੜਾ ਐਕਟ ਪਾਸ ਹੋਇਆ ਸੀਗਾ। ਖਬਰ ਕੀ ਹੈ ਕਿ ਚੋਣ ਕਮਿਸ਼ਨ ਨੇ ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੋਰੇਨ ਨੂੰ ਪਿਛਲੇ ਸਾਲ ਉਹਨਾਂ ਦੇ ਨਾਂ ਤੇ ਮਾਈਨਿੰਗ ਲੀਜ਼ ਅਲਾਟ ਕਰਨ ਦੇ ਦੋਸ਼ ਦੇ ਵਿੱਚ ਉਹਨਾਂ ਦੇ ਲਾਭ ਦੇ ਅਹੁਦੇ ਦੇ ਦੋਸ਼ ਨੂੰ ਲੈ ਕੇ ਉਹਨਾਂ ਨੂੰ ਇੱਕ ਨੋਟਿਸ ਭੇਜਿਆ ਗਿਆ। ਦੇਖੋ, ਲੋਕ ਪ੍ਰਤੀਨਿਧਤਾ ਐਕਟ ਹੈ ਜਿਹੜਾ ਉਹ ਕੀ ਹੈ, ਇਹ ਭਾਰਤ ਦੀ ਸੰਸਦ ਦਾ ਇੱਕ ਐਕਟ ਹੈ ਜਿਸ ਦੇ ਵਿੱਚ ਸੰਸਦ ਦੇ ਸਦਨਾਂ ਤੇ ਹਰੇਕ ਰਾਜ ਦੇ ਵਿਧਾਨ ਮੰਡਲਾਂ ਦੇ ਸਦਨਾਂ ਦੀ ਚੋਣ ਕਰਵਾਉਣ ਤੇ ਉਹਨਾਂ ਦੇ ਸਦਨਾਂ ਦੀ ਮੈਂਬਰਸ਼ਿਪ ਦੇ ਲਈ ਯੋਗਤਾਵਾਂ ਅਤੇ ਅਯੋਗਤਾਵਾਂ ਅਜਿਹੀਆਂ ਚੋਣਾਂ ਤੇ ਜਾਂ ਉਹਨਾਂ ਦੇ ਸੰਬੰਧ ਦੇ ਵਿੱਚ ਭ੍ਰਸ਼ਟ ਜਿਹੜੀਆਂ ਪ੍ਰਥਾਵਾਂ ਹੈਗੀਆਂ ਜਾਂ ਹੋਰ ਅਪਰਾਧਾਂ ਜਾਂ ਅਜਿਹੇ ਚੋਣਾਂ ਜਿਨ੍ਹਾਂ ਦੇ ਸੰਬੰਧ ਵਿੱਚ ਪੈਦਾ ਹੋਣ ਵਾਲੇ ਸ਼ੰਕੇ ਹੈ ਜਾਂ ਵਿਵਾਦ ਨਾਲ ਸੰਬੰਧਿਤ ਜਿਹੜੇ ਫੈਸਲੇ ਆ ਜਾਂ ਜਿਨ੍ਹਾਂ ਦੇ ਅਜਿਹੇ ਰਿਲੇਟਡ ਵਿਸ਼ੇ ਹੈ, ਵਿਵਾਦਾਂ ਨਾਲ ਰਿਲੇਟਡ ਵਿਸ਼ੇ ਜਾਂ ਉਹਨਾਂ ਦੇ ਸੰਬੰਧ ਵਿੱਚ ਪੈਦਾ ਹੋਣ ਵਾਲੇ ਸ਼ੰਕੇ ਹੈ ਜਾਂ ਵਿਵਾਦ ਹੈ, ਉਹਨਾਂ ਦੇ ਲਈ ਉਪਬੱਧ ਹੈ ਜਿਹੜਾ ਉਹ ਕੀਤਾ ਗਿਆ। ਹੁਣ ਦੇਖੋ, ਇਸ ਲੋਕ ਪ੍ਰਤੀਨਿਧਤਾ ਐਕਟ ਨੂੰ ਜਿਹੜਾ ਇਹ ਕਾਨੂੰਨ ਹੈ ਇਸ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ ਸੀਗਾ। ਜਿਹੜੇ ਮੰਤਰੀ ਸੀਗੇ ਇਸ ਨੂੰ ਕਾਨੂੰਨ ਮੰਤਰੀ ਡਾਕਟਰ BR ਅੰਬੇਦਕਰ ਨੇ ਸੰਸਦ ਦੇ ਵਿੱਚ ਪੇਸ਼ ਕੀਤਾ ਸੀਗਾ। ਇਹ ਐਕਟ ਪਹਿਲੀਆਂ ਆਮ ਚੋਣਾਂ ਤੋਂ ਪਹਿਲਾਂ ਭਾਰਤੀ ਸੰਵਿਧਾਨ ਦੀ ਧਾਰਾ 327 ਦੇ ਤਹਿਤ ਆਰਜ਼ੀ ਸੰਸਦ ਦੁਆਰਾ ਬਣਾਇਆ ਗਿਆ ਸੀਗਾ। ਆਰਜ਼ੀ ਤੌਰ ਤੇ ਬਣਾਇਆ ਗਿਆ ਸੀਗਾ। ਸੰਵਿਧਾਨ ਬਣਾਉਣ ਦੇ ਲਈ 9 ਦਸੰਬਰ 1946 ਨੂੰ ਹੋਈ ਇੱਕ ਸੰਵਿਧਾਨਿਕ ਸਭਾ ਦੀ ਸਥਾਪਨਾ ਕੀਤੀ ਗਈ ਸੀ, ਜਿਸ ਦੇ ਵਿੱਚ ਸੰਵਿਧਾਨ ਦੀਆਂ ਜ਼ਿਆਦਾਤਰ ਧਾਰਨਾਵਾਂ ਜਿਹੜੀਆਂ ਹੈਗੀਆਂ ਉਹ 26 ਜਨਵਰੀ 1950 ਨੂੰ ਤਕਰੀਬਨ ਲਾਗੂ ਹੋਈਆਂ ਸੀਗੀਆਂ। ਜਦੋਂ ਸਾਡਾ ਇਹ ਸੰਵਿਧਾਨ ਬਣਿਆ ਸੀਗਾ ਪੂਰੀ ਤਰ੍ਹਾਂ ਲਾਗੂ ਹੋਇਆ ਸੀਗਾ, ਜਿਸ ਨੂੰ ਆਮ ਤੌਰ ਤੇ ਗਣਤੰਤਰ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੇਖੋ, ਸੰਵਿਧਾਨ ਦੇ ਭਾਗ 21 ਦੇ ਵਿੱਚ ਸਥਾਨ ਅੰਤਰਿਕੀ ਪ੍ਰਬੰਧਨ ਸ਼ਾਮਿਲ ਸਨ। ਉਸ ਟਾਈਮ ਭਾਗ ਦੇ 21 ਦੇ ਆਰਟੀਕਲ 379 ਤੇ 394 ਦੇ ਵਿੱਚ ਆਰਜ਼ੀ ਤੌਰ ਤੇ ਸੰਸਦ ਅਤੇ ਦੋਨੇ ਧਰਾਵਾਂ ਦੇ ਲਈ ਕੁਝ ਉਪਬੰਧ ਸ਼ਾਮਿਲ ਸਨ, ਜਿਨ੍ਹਾਂ ਦੇ ਵਿੱਚ ਨਾਗਰਿਕਤਾ ਵਰਗੇ ਪ੍ਰਬੰਧਨ ਵੀ ਸ਼ਾਮਿਲ ਸਨ
26 ਨਵੰਬਰ 1949 ਨੂੰ ਇਹ ਲਾਗੂ ਹੋਏ, ਜਿਸ ਦਿਨ ਸੰਵਿਧਾਨ ਨੂੰ ਅਪਣਾਇਆ ਗਿਆ ਸੀਗਾ। ਆਰਜ਼ੀ ਪਾਰਲੀਮੈਂਟ ਨੇ 25 ਅਕਤੂਬਰ 1991 ਨੂੰ ਕਰਵਾਈਆਂ ਗਈਆਂ ਪਹਿਲੀਆਂ ਆਮ ਚੋਣਾਂ ਦੇ ਲਈ 1951 ਦੇ ਐਕਟ ਨੂੰ 43ਵੀਂ ਦੇ ਨੰਬਰ ਐਕਟ ਨੰਬਰ 43 ਦੇ ਰਾਹੀਂ ਜਿਹੜਾ ਹੈਗਾ ਉਹ ਲਾਗੂ ਕੀਤਾ ਗਿਆ ਸੀਗਾ। ਹੁਣ ਦੇਖੋ, ਲੋਕਾਂ ਦੀ ਨੁਮਾਇੰਦਗੀ ਕਰਨ ਦੀ ਮੁੱਢਲੀ ਯੋਗਤਾ ਭਾਰਤੀ ਨਾਗਰਿਕਤਾ ਹੈ, ਇਸ ਚੀਜ਼ ਨਾਲ ਸੰਬੰਧਿਤ ਹੈ, ਕਿਉਂਕਿ ਡੈਮੋਕ੍ਰੇਸੀ ਰਾਜ ਹੈ, ਗਣਤੰਤਰ ਰਾਜ ਹੈ, ਤੇ ਇਸ ਕਾਨੂੰਨ ਦੇ ਭਾਗ ਦੂਜਾ ਤੇ 7ਵੇਂ ਦੇ ਨਾਲ ਪੜ੍ਹੇ ਗਏ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 16 ਦੇ ਤਹਿਤ ਵੋਟ ਪਾਉਣ ਦੇ ਲਈ ਉਸ ਨੂੰ ਆਯੋਗ ਠਹਿਰਾਇਆ ਗਿਆ ਸੀਗਾ। ਭਾਵ ਕਿ ਲੋਕ ਪ੍ਰਤੀਨਿਧਤਾ ਐਕਟ ਕਿਸੇ ਵੀ ਟਾਈਮ ਅਗਰ ਲੋਕਾਂ ਦੀ ਪ੍ਰਤੀਨਿਧਤਾ ਅਗਰ ਕੋਈ ਕੁਐਸਚਨ ਆਉਂਦਾ ਹੈਗਾ ਤਾਂ ਉਹ ਇਸ ਚੀਜ਼ ਨੂੰ ਲਾਗੂ ਕਰ ਸਕਦਾ। ਦੇਖੋ, ਇਸ ਦੇ ਵਿੱਚ ਆਰਜੀ ਸੰਸਦ ਧਾਰਾ ਉਪਕਰਨ ਜਿਹੜੇ ਉਪਬੰਧਾਂ ਸੀਗੀਆਂ ਉਹ ਸ਼ਾਮਿਲ ਸਨ ਨਾਗਰਿਕਤਾ ਵਰਗੇ। ਸੋ ਇਸ ਕਰਕੇ ਇਹ ਜਿਹੜੇ ਆਰਜੀ ਤੌਰ ਤੇ ਜਦੋਂ ਸੰਵਿਧਾਨ ਬਣਾਇਆ ਗਿਆ ਉਸ ਤੋਂ ਪਹਿਲਾਂ ਲਾਗੂ ਹੋਏ ਸੀਗੇ। ਦੇਖੋ, ਆਓ ਅਸੀਂ ਵਧਦੇ ਹਾਂ ਸਾਡੀ ਤੀਜੀ ਖਬਰ ਵੱਲ, ਉਹ ਹੈ ਅਫਰੀਕਨ ਭਾਸ਼ਾ। ਹੁਣ ਦੇਖੋ, ਸੰਵਿਧਾਨ ਦੀ ਧਾਰਾ 343 ਤਹਿਤ ਦੇਵਨਾਗਰੀ ਲਿਪੀ ਦੇ ਵਿੱਚ ਸੰਘ ਦੀ ਸਰਕਾਰੀ ਭਾਸ਼ਾ ਹਿੰਦੀ ਦਾ ਐਲਾਨ ਹੋਇਆ। ਸਰਕਾਰੀ ਭਾਸ਼ਾ ਬਾਰੇ ਅਸੀਂ ਜਾਣਦੇ ਹਾਂ, ਜਿਸ ਦੇ ਵਿੱਚ ਭਾਰਤੀ ਅੰਤਕਾਂ ਦੇ ਅੰਤਰਰਾਸ਼ਟਰੀ ਰੂਪਾਂ ਦੀ ਵਰਤੋਂ ਤੇ ਅਧਿਕਾਰਤ ਤੌਰ ਤੇ ਕਿਸੇ ਨਾ ਕਿਸੇ ਉਦੇਸ਼ ਦੇ ਲਈ ਕੀਤੀ ਜਾਵੇਗੀ। ਇਹ ਸੰਵਿਧਾਨ ਦੇ ਸ਼ੁਰੂ ਤੋਂ ਲੈ ਕੇ 15 ਸਾਲਾਂ ਦੀ ਮਿਆਦ ਦੇ ਲਈ ਅੰਗਰੇਜ਼ੀ ਭਾਸ਼ਾ ਨੂੰ ਸੰਘ ਦੇ ਉਹਨਾਂ ਸਾਰੇ ਪ੍ਰਯੋਜਨਾਂ ਲਈ ਵਰਤਿਆ ਜਾਣਾ ਜਾਰੀ ਰਹੇਗਾ, ਜਿਨ੍ਹਾਂ ਦੇ ਲਈ ਇਸ ਨੂੰ ਅਜਿਹੇ ਆਰੰਭ ਤੋਂ ਤੁਰੰਤ ਪਹਿਲਾਂ ਵਰਤਿਆ ਗਿਆ ਸੀਗਾ। ਕਿਸ ਮਕਸਦ ਦੇ ਨਾਲ ਵਰਤਿਆ ਗਿਆ ਸੀਗਾ? ਬੇਸ਼ਰਤੇ ਕੀ ਹੈ ਕਿ ਜਿਹੜਾ ਰਾਸ਼ਟਰਪਤੀ ਹੈ ਉਕਤ ਤੌਰ ਤੇ ਉਕਤ ਸਮੇਂ ਦੌਰਾਨ ਆਦੇਸ਼ਾਂ ਦੁਆਰਾ ਅੰਗਰੇਜ਼ੀ ਭਾਸ਼ਾ ਤੋਂ ਇਲਾਵਾ ਹਿੰਦੀ ਭਾਸ਼ਾ ਤੇ ਅੰਕਾਂ ਦੇਵਨਾਗਰੀ ਦੇ ਰੂਪਾਂ ਦੀ ਵਰਤੋਂ ਨੂੰ ਅਧਿਕਾਰਤ ਤੌਰ ਤੇ ਉਸ ਤੇ ਵਰਤੋਂ ਕਰ ਸਕਦਾ ਹੈ। ਤੇ ਇਸ ਤੋਂ ਇਲਾਵਾ ਭਾਰਤੀ ਅੰਕਾਂ ਦੇ ਅੰਤਰਰਾਸ਼ਟਰੀ ਰੂਪ ਤੋਂ ਇਲਾਵਾ ਯੂਨੀਅਨ ਦੇ ਕਿਸੇ ਵੀ ਅਧਿਕਾਰਤ ਉਦੇਸ਼ ਲਈ ਇਸ ਦੀ ਚੋਣ ਕਰ ਸਕਦਾ। ਦੇਖੋ, ਸੰਸਦ ਕਾਨੂੰਨ ਦੁਆਰਾ 15 ਸਾਲਾਂ ਦੀ ਯੁਕਤ ਮੁੱਦਤ ਤੋਂ ਬਾਅਦ ਵਰਤੋਂ ਦੇ ਲਈ ਉਪਬੰਧ ਇਸ ਨਾਲ ਸੰਬੰਧਿਤ ਕਰ ਸਕੇਗੀ। ਅੰਗਰੇਜ਼ੀ ਭਾਸ਼ਾ ਜਾਂ ਅੰਕਾਂ ਦਾ ਦੇਵਨਾਗਰੀ ਰੂਪ। ਰਾਸ਼ਟਰਪਤੀ ਇਸ ਸੰਵਿਧਾਨ ਦੇ ਆਰੰਭ ਤੋਂ 5 ਸਾਲ ਦੀ ਮਿਆਦ ਪੁੱਜਣ ਤੇ ਉਸ ਤੋਂ ਬਾਅਦ ਅਜਿਹੇ ਆਰੰਭ ਤੋਂ 10 ਸਾਲ ਦੀ ਮਿਆਦ ਪੁੱਗਣ ਤੇ ਹੁਕਮ ਦੁਆਰਾ ਇੱਕ ਕਮਿਸ਼ਨ ਦਾ ਗਠਨ ਕਰੇਗਾ, ਜੋ ਇੱਕ ਚੇਅਰਮੈਨ ਤੇ ਅਜਿਹੇ ਹੋਰ ਮੈਂਬਰਾਂ ਤੋਂ ਮਿਲ ਕੇ ਬਣੇਗਾ, ਜੋ 8ਵੀਂ ਅਨੁਸੂਚੀ ਦੇ ਵਿੱਚ ਉਲਲਿਖਤ ਵੱਖ-ਵੱਖ ਭਾਸ਼ਾਵਾਂ ਦੀ ਨੁਮਾਇੰਦਗੀ ਕਰਦੇ ਹਨ, ਜੋ ਰਾਸ਼ਟਰਪਤੀ ਨਿਯੁਕਤ ਕਰ ਸਕਦਾ ਹੈ। ਤੇ ਹੁਕਮ ਕਮਿਸ਼ਨ ਦੁਆਰਾ ਬਣਾਈ ਜਾਣ ਵਾਲੀ ਪ੍ਰਕਿਰਿਆ ਨੂੰ ਵੀ ਪ੍ਰਭਾਸ਼ਿਤ, ਇਸ ਨਾਲ ਸੰਬੰਧਿਤ ਜਿਹੜੇ ਜੁੜੇ ਵੇਰਵੇ ਆ ਉਹਨਾਂ ਨੂੰ ਵੀ ਇਸ ਚੀਜ਼ ਦੇ ਵੱਡੇ ਲੈਵਲ ਤੇ ਪ੍ਰਭਾਵਿਤ ਕਰੇਗਾ। ਦੇਖੋ, ਪ੍ਰਭਾਸ਼ਿਤ ਕਰੇਗਾ। ਕਮਿਸ਼ਨ ਦਾ ਇਹ ਕਰਤੱਵ ਹੋਵੇਗਾ ਇਸ ਦੇ ਵਿੱਚ ਕਿ ਉਸ ਨੂੰ ਉਹ ਕੀ ਹੈ ਕਿ ਰਾਸ਼ਟਰਪਤੀ ਨੂੰ ਕੁਝ ਨਾ ਕੁਝ ਟੌਪਿਕਸ ਨਾਲ ਰਿਲੇਟਡ ਸਿਫਾਰਸ਼ਾਂ ਕਰ ਸਕਦਾ ਹੈ। ਯੂਨੀਅਨ ਦੇ ਹੁਣ ਉਹ ਕਿਹੜੇ ਵਿਸ਼ੇ ਆ ਕਿਹਨਾਂ ਨੂੰ ਲੈ ਕੇ ਉਹ ਸਿਫਾਰਿਸ਼ ਕਰ ਸਕਦਾ ਹੈ? ਰਾਸ਼ਟਰਪਤੀ ਨੂੰ। ਕਮਿਸ਼ਨ ਸਿਫਾਰਿਸ਼ ਕਰ ਸਕਦਾ ਹੈ ਜੇਕਰ ਯੂਨੀਅਨ ਦੇ ਸਰਕਾਰੀ ਉਦੇਸ਼ਾਂ ਦੇ ਲਈ ਹਿੰਦੀ ਭਾਸ਼ਾ ਦੀ ਪ੍ਰਗਤੀਸ਼ੀਲ ਵਰਤੋਂ ਕਰਨ ਦੇ ਲਈ ਯੂਨੀਅਨ ਦੇ ਸਮੁੱਚੇ ਜਾਂ ਕਿਸੇ ਵੀ ਅਧਿਕਾਰਤ ਮਕਸਦਾਂ ਦੇ ਵਾਸਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਤੇ ਮਨਾਹੀ ਕਰ ਸਕਦਾ ਹੈ। ਅਨੁਛੇਦ 348 ਦੇ ਵਿੱਚ ਜ਼ਿਕਰ ਕੀਤੇ ਗਏ ਸਾਰੇ ਜਾਂ ਕਿਸੇ ਵੀ ਉਦੇਸ਼ ਦੇ ਲਈ ਵਰਤੀ ਜਾਣ ਵਾਲੀ ਭਾਸ਼ਾ ਨਾਲ ਸੰਬੰਧਿਤ ਵੀ ਯੂਨੀਅਨ ਦੇ ਕਿਸੇ ਇੱਕ ਜਾਂ ਵਧੇਰੇ ਵਿਸ਼ੇਸ਼ ਮਕਸਦਾਂ ਵਾਸਤੇ ਵੀ ਵਰਤੇ ਜਾਣ ਵਾਲੇ ਅੰਕਾਂ ਦੀ ਕਿਸਮ ਨਾਲ ਰਿਲੇਟਡ ਜਾਂ ਸੰਘ ਦੀ ਸਰਕਾਰੀ ਭਾਸ਼ਾ ਜਾਂ ਸੰਘ ਜਾਂ ਰਾਜ ਵਿਚਕਾਰ ਇੱਕ ਰਾਜ ਜਾਂ ਦੂਜੇ ਰਾਜ ਵਿਚਕਾਰ ਜੋ ਸੰਚਾਰ ਦੇ ਲਈ ਭਾਸ਼ਾ ਜਾਂ ਉਹਨਾਂ ਦੀ ਵਰਤੋਂ ਦੇ ਸੰਬੰਧ ਵਿੱਚ ਰਾਸ਼ਟਰਪਤੀ ਦੁਆਰਾ ਕਮਿਸ਼ਨ ਨੂੰ ਹਵਾਲਾ ਦਿੱਤਾ ਗਿਆ ਹੋਵੇ ਜਾਂ ਕੋਈ ਇਸ ਨਾਲ ਸੰਬੰਧਿਤ ਕੋਈ ਹੋਰ ਮਾਮਲਾ ਅਗਰ ਸਾਹਮਣੇ ਆਉਂਦਾ ਹੈ। ਸੋ ਇਹ ਸੀਗੀ ਸਾਡੀ ਅੱਜ ਦੀ ਇਸ ਭਾਸ਼ਾ ਨਾਲ ਰਿਲੇਟਡ ਹੈ ਜਿਹੜਾ ਉਹ ਆਪਣਾ ਤੀਜਾ ਟੌਪਿਕ। ਆਓ ਅਸੀਂ ਵਧਦੇ ਹਾਂ ਕੁਝ ਕੁਐਸਚਨਾਂ ਵੱਲ। ਦੇਖੋ, ਪਹਿਲੇ ਟੌਪਿਕ ਦੇ ਵਿੱਚ ਅਸੀਂ ਕਰਿਆ ਸੀਗਾ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਬਾਰੇ। ਹੁਣ ਦੇਖੋ, ਇਹਨਾਂ ਨੇ ਦੋ ਵਿਕਲਪ ਸਾਨੂੰ ਦਿੱਤੇ ਹੈ ਇੱਥੇ। ਇਹ ਭਾਰਤ ਦੇ ਸਾਰੇ ਹਵਾਈ ਜਹਾਜ਼ਾਂ ਨੂੰ ਰਜਿਸਟਰ ਕਰਦਾ ਹੈ, ਜਿਸ ਵਿੱਚ ਫੌਜੀ ਜਹਾਜ਼ ਵੀ ਸ਼ਾਮਲ ਹੈ। ਇੱਥੇ ਕੀ ਸੀਗਾ ਕਿ ਦੂਜਾ ਹੈਗਾ ਪਾਇਲਟਾਂ ਨੂੰ ਲਾਇਸੈਂਸ ਦੁਆਰਾ ਜਾਰੀ ਕੀਤੇ ਜਾਂਦੇ। ਸੋ ਇਸ ਦਾ ਸਾਡਾ ਜਿਹੜਾ ਸਹੀ ਵਿਕਲਪ ਹੈਗਾ ਉਹ ਸਾਡਾ ਵਿਕਲਪ B ਹੈ ਜਿਹੜਾ ਉਹ ਸਹੀ ਹੋਵੇਗਾ, ਕਿਉਂਕਿ ਜਦੋਂ ਅਸੀਂ ਇਹ ਵਾਲੀ ਚੀਜ਼ ਜਿਹੜੀ ਉਹ ਪੜ੍ਹੀ ਸੀਗੀ ਸੋ ਇਸ ਸਮੇਂ ਅਸੀਂ ਪੜ੍ਹਿਆ ਸੀਗਾ ਕਿ ਇਹ ਕੀ ਕਰਦਾ ਹੈ ਕਿ ਉਸਨੂੰ ਲਾਇਸੈਂਸ ਹੈ ਜਿਹੜਾ ਜਿੰਨੇ ਵੀ ਹੈ ਮਤਲਬ ਇਸ ਚੀਜ਼ ਨਾਲ ਜੁੜੇ ਪਾਇਲਟ ਹਵਾਈ ਜਹਾਜ਼ ਦੀ ਸਾਂਭ ਸੰਭਾਲ ਕਰਨ ਦੇ ਲਈ ਇੰਜੀਨੀਅਰਿੰਗ ਏਅਰ ਟ੍ਰੈਫਿਕ ਕੰਟਰੋਲਰ ਤੇ ਫਲਾਈਟ ਇੰਜੀਨੀਅਰ ਨੂੰ ਲਾਇਸੈਂਸ ਦੇਵੇਗਾ ਤੇ ਇਹਨਾਂ ਨਾਲ ਸੰਬੰਧਿਤ ਜਾਂਚਾਂ ਕਰੇਗਾ, ਜਾਂਚਾਂ ਦਾ ਸੰਚਾਲਨ ਕਰੇਗਾ। ਸੋ ਇਸ ਕਰਕੇ ਸਾਡਾ ਜਿਹੜਾ ਇਹ ਵੇਰਵਾ ਹੈਗਾ ਉਹ ਪੂਰੀ ਤਰ੍ਹਾਂ ਕੰਪਲੀਟ ਸਾਨੂੰ ਉਸ ਦੀ ਜਾਣਕਾਰੀ ਮਿਲਦੀ ਹੈ। ਹੁਣ ਦੇਖੋ, ਰਜਿਸਟਰ ਦੀ ਗੱਲ ਹੋਈ ਸੀਗੀ ਬਟ ਉੱਥੇ ਕੁਝ ਮਤਲਬ
ਪੂਰੀ ਜਾਣਕਾਰੀ ਹੈ ਜਿਹੜੀ ਉਹ ਸਾਨੂੰ ਸਾਡਾ ਵਿਕਲਪ ਦੂਜੇ ਨਾਲ ਰਿਲੇਟਡ ਮਿਲਦੀ ਹੈ। ਹੁਣ ਨੈਕਸਟ ਹੈ ਆਪਣੇ ਕੋਲ ਭਾਰਤੀ ਰਾਜਨੀਤਿਕ ਪ੍ਰਣਾਲੀ ਦੇ ਸੰਬੰਧ ਦੇ ਵਿੱਚ ਹੇਠ ਲਿਖੇ ਕਥਨ ਤੇ ਵਿਚਾਰ ਕਰੋ। ਲੋਕ ਐਕਟ ਹੈ ਜਿਹੜਾ 91 ਦੇ ਪ੍ਰਤੀਨਿਧੀਆਂ ਨੂੰ ਕਾਨੂੰਨ ਮੰਤਰੀ BR ਅੰਬੇਦਕਰ ਦੁਆਰਾ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ। ਇੱਕ ਅਸੀਂ ਇਹ ਵੀ ਪੜ੍ਹਿਆ ਸੀਗਾ ਕਿ ਸੰਵਿਧਾਨ ਦੁਆਰਾ ਬਣਾਉਣ ਦੇ ਲਈ ਦਸੰਬਰ 1946 ਨੂੰ ਇੱਕ ਚੁਣੀ ਹੋਈ ਸੰਵਿਧਾਨਕ ਸਭਾ ਦੀ ਸਥਾਪਨਾ ਕੀਤੀ। ਸੋ ਦੋਵੇਂ ਚੀਜ਼ਾਂ ਹੈਗੀਆਂ ਉਹ ਅਸੀਂ ਇਸ ਚੀਜ਼ ਦੇ ਨਾਲ ਸੰਬੰਧਿਤ BR ਅੰਬੇਦਕਰ ਨੇ ਸੰਸਦ ਦੇ ਵਿੱਚ ਪੇਸ਼ ਕੀਤਾ ਸੀਗਾ। 9 ਦਸੰਬਰ 1946 ਨੂੰ ਕੀ ਇਹ ਸੰਵਿਧਾਨਕ ਸਭਾ ਜਿਹੜੀ ਹੈ ਉਸ ਦੀ ਸਥਾਪਨਾ ਕੀਤੀ ਗਈ ਸੀਗੀ। ਸੋ ਇਸ ਨਾਲ ਸੰਬੰਧਿਤ ਜਿਹੜਾ ਹੈਗਾ ਉਹ ਅਸੀਂ ਵਿਕਲਪ C ਦੇ ਨਾਲ ਜਾਵਾਂਗੇ ਇੱਥੇ, ਕਿਉਂਕਿ ਦੋਨੇ ਜਿਹੜੀਆਂ ਹੈਗੀਆਂ ਚੀਜ਼ਾਂ ਸਾਡੇ ਦੂਜੇ ਪ੍ਰਸ਼ਨ ਦੇ ਨਾਲ ਦੋਨੇ ਹੀ ਵਿਕਲਪ ਹੈ ਉਹ ਸਾਡੇ ਸਹੀ ਹੈ। ਸੋ ਇਸ ਕਰਕੇ ਅਸੀਂ C ਦੇ ਨਾਲ ਆਪਸ਼ਨ ਦੇ ਨਾਲ ਜਾਵਾਂਗੇ। ਥਰਡ ਸਾਡੇ ਕੋਲ ਕੁਐਸਚਨ ਸੀਗਾ ਕਿ ਅਫੀਕਲ ਭਾਸ਼ਾ ਦੇ ਬਾਰੇ ਸੰਵਿਧਾਨ ਦੀ ਹੇਠ ਲਿਖੀ ਧਾਰਾ ਕਿਸ ਵਿੱਚ ਦੇਵਨਾਗਰੀ ਲਿਪੀ ਦੇ ਵਿੱਚ ਸੰਘ ਦੀ ਸਰਕਾਰੀ ਭਾਸ਼ਾ ਨੂੰ ਹਿੰਦੀ ਦੇ ਰੂਪ ਵਿੱਚ ਲਿਖਿਆ ਗਿਆ। ਸੋ ਇੱਥੇ ਅਸੀਂ ਪੜਿਆ ਸੀਗਾ ਕਿ 343 ਦੇ ਨਾਲ ਸੰਬੰਧਿਤ ਜਿਹੜੀ ਇਹ ਭਾਸ਼ਾ ਹੈਗੀ ਹੈ, ਇਸ ਨੂੰ ਇਸ ਦਾ ਵਿਕਲਪ ਜਿਹੜੀ ਹੈਗੀ ਆ ਅਫੀਕਲ ਭਾਸ਼ਾ ਦਾ ਇਸ ਚੀਜ਼ ਦੇ ਨਾਲ ਹਿੰਦੀ ਨਾਲ ਸੰਬੰਧਿਤ ਧਾਰਾ 343 ਦੇ ਨਾਲ ਸੰਬੰਧਿਤ ਸੀਗਾ। ਸੋ ਅਸੀਂ ਵਿਕਲਪ A ਦੇ ਨਾਲ ਸਾਡੇ ਤੀਜੇ ਪ੍ਰਸ਼ਨ ਦੇ ਵਿੱਚ ਜਾਵਾਂਗੇ। ਸੋ ਇਸੇ ਦੇ ਨਾਲ ਹੀ ਸਾਡਾ ਜਿਹੜਾ ਅੱਜ ਦਾ ਖਬਰਾਂ ਦਾ ਸਿਲਸਿਲਾ ਉਹ ਖਤਮ ਹੁੰਦਾ ਹੈ। ਧੰਨਵਾਦ।